पंजाब के मुख मंत्री सीधे तौर पर कह देंगे ने कि अज ही दोपहर 2 बजे तक तुसी दफ्तर च पहुंचो नहीं तो सस्पेंशन होएगी। तो इस फैसले की इन्नी चर्चा हो रही है। इस फैसले तो बाद विजिलेंस की सरगर्मी उत्ते की प्रभाव पएगा। ਦੇ ਤੌਰ ਤੇ ਜਿਹੜੇ ਅਫਸਰ ਕਰਪਟ ਸੀ ਵਿਜੀਲੈਂਸ ਨੇ ਉਹਨਾਂ ਨੂੰ ਚੁੱਕਿਆ, ਜਿਹੜੇ ਅਫਸਰਾਂ ਨੇ ਪੈਸੇ ਲਏ ਜਾਂ ਜਿਹੜਿਆਂ ਦੀ ਮਿਲੀ ਭੁਗਤ ਸਾਹਮਣੇ ਆਈ ਉਹਨਾਂ ਦੇ ਉੱਪਰ ਐਕਸ਼ਨ ਦੀ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਤਕਲੀਫ ਹੋਈ ਕਿ ਭਾਈ ਅੱਜ ਸਾਡਾ ਨੰਬਰ ਲੱਗਿਆ, ਕੱਲ ਨੂੰ ਦੂਸਰੇ ਦਾ ਨੰਬਰ ਨਾ ਲੱਗ ਜੇ। ਇਸ ਤਰ੍ਹਾਂ ਦੀ ਚਰਚਾ ਸੀ ਜਿਹੜੀ, ਔਰ ਉਸ ਤੋਂ ਬਾਅਦ ਫਿਰ ਹੜਤਾਲ ਤੇ ਚਲੇ ਜਾਂਦੇ, ਸਮੂਹਿਕ ਹੜਤਾਲ ਹੋ ਜਾਂਦੀ ਹੈ। ਪੰਜਾਬ ਦੇ ਆਮ ਲੋਕ ਆ, ਉਹ ਲੋਕ ਤਾਂ ਜਿਹੜੇ ਵਿਚਾਰੇ ਨਿੱਕੇ ਨਿੱਕੇ ਕੰਮ ਲੈ ਕੇ ਦਫ਼ਤਰਾਂ ਜਾਂਦੇ ਸੀ, ਉਹ ਖੱਜਲ ਖਵਾਰ ਹੋ ਰਹੇ ਸੀਗੇ। ਪ੍ਰਮੋਸ਼ਨ ਤੇ ਇਸ ਦਾ ਅਸਰ ਪੈਣਾ ਸੀ, ਉਹਨਾਂ ਦੇ ਪੈਨਸ਼ਨ ਤੇ ਇਸ ਦਾ ਅਸਰ ਪੈਣਾ ਸੀ, ਉਹਨਾਂ ਦੇ ਇਨਕਰੀਮੈਂਟਸ ਜਾਂ ਹੋਰ ਜਿਹੜੇ ਸਹੂਲਤਾਂ ਮਿਲਦੀਆਂ ਉਹਨਾਂ ਤੇ ਅਸਰ ਪੈਣਾ ਸੀ, ਕਿਉਂਕਿ ਸੀਨੀਅਰਟੀ ਜਿਹੜੀ ਉਹ ਕਹਿੰਦੇ ਉਹ 'ਚ ਇੱਕ ਬ੍ਰੇਕ ਲੱਗ ਜਾਣਾ ਸੀਗਾ। ਤਰ੍ਹਾਂ ਦਾ ਸਟਰੋਂਗ ਮੈਸੇਜ ਗਿਆ। ਪਰ ਹੁਣ ਜਿਹੜੇ ਵੱਡੇ ਮਗਰਮੱਛ ਸੀ ਜਿਨ੍ਹਾਂ ਤੇ 5-5 ਸਾਲ ਪਿਛਲੇ 10-10 ਸਾਲ ਵਿਜੀਲੈਂਸ ਜਿਹੜੀ ਆ ਉਹ ਪਰਮਿਸ਼ਨਾਂ ਮੰਗਦੀ ਫਿਰ ਰਹੀ ਸੀ, 100-150 ਦੇ ਕਰੀਬ ਦੱਸਦੇ ਇਦਾਂ ਦੇ ਕੇਸ ਜਿਹੜੇ ਹੈਗੇ ਆ, ਇਦਾਂ ਦੀ ਚਰਚਾ ਚੱਲ ਰਹੀ। ਪਰ ਕਿੰਨੇ ਕੇਸ ਆ? ਸੈਂਕੜੇ ਦੇ ਕਰੀਬ ਕੇਸ ਹੈਗੇ ਆ। PCS कोई अजिहा दायरा नहीं जो ऑर्गेनाइजेशन बनावे, जो अपने धड़े बनावे ते फिर हड़तालां करे। तुसी हड़ताल ते नहीं जाओगे, तुसी साडियां एडमिनिस्ट्रेटिव फोर्सेस हो, थोड़े बिना ढांचा किवें चलेगा? ਤਾਂ क्रैकडाउन ਉਸੇ ਤਰੀਕੇ ਪੰਜਾਬ ਦੇ ਵਿੱਚ ਉਹ ਸਰਗਰਮੀ ਜਾਰੀ ਰਹੇਗੀ ਜਾਂ ਕਾਰਜਸ਼ੈਲੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਬਦਲਾਅ ਆ ਸਕਦਾ ਹੈ? ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਪੰਜਾਬ ਸਰਕਾਰ ਦਾ ਇੱਕ ਸਟੈਂਡ, ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਸਟੈਂਡ, ਜਿਸ ਤੋਂ ਬਾਅਦ ਚਰਚਾ ਛਿੜੀ ਕਿ ਅਫਸਰ ਸਰਕਾਰ ਦੇ ਮੂਹਰੇ ਝੁਕ ਗਏ। PCS IAS ਅਫਸਰ ਹੜਤਾਲ ਤੇ ਜਾਂਦੇ ਨੇ, ਮੰਗਾਂ ਹੁੰਦੀਆਂ ਨੇ ਉਹਨਾਂ ਦੀਆਂ ਕੁਝ, ਪਰ ਪੰਜਾਬ ਦੇ ਮੁੱਖ ਮੰਤਰੀ ਸਿੱਧੇ ਤੌਰ ਤੇ ਕਹਿ ਦਿੰਦੇ ਨੇ ਕਿ ਅੱਜ ਹੀ ਦੁਪਹਿਰ 2 ਵਜੇ ਤੱਕ ਤੁਸੀਂ ਦਫ਼ਤਰਾਂ 'ਚ ਪਹੁੰਚੋ ਨਹੀਂ ਤਾਂ ਸਸਪੈਂਸ਼ਨ ਹੋਏਗੀ। ਜਦੋਂ ਹੁਣ ਅਫਸਰ ਝੁਕ ਗਏ ਨੇ, ਇਸ ਫੈਸਲੇ ਦਾ ਅਸਰ ਕੀ ਹੋਏਗਾ? ਕਿਉਂ ਇਸ ਫੈਸਲੇ ਦੀ ਇੰਨੀ ਚਰਚਾ ਹੋ ਰਹੀ ਹੈ? ਇਸ ਫੈਸਲੇ ਤੋਂ ਬਾਅਦ ਵਿਜੀਲੈਂਸ ਦੀ ਸਰਗਰਮੀ ਉੱਤੇ ਕੀ ਪ੍ਰਭਾਵ ਪਏਗਾ? ਕੀ ਕੁਝ ਇਸ ਦੇ ਨਤੀਜੇ ਆ ਸਕਦੇ ਨੇ? ਇਸ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਵਿਕਰਮ ਸਿੰਘ ਕੰਬੋਜ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਇਸੇ ਮਸਲੇ ਉੱਤੇ ਵਿਚਾਰ ਕਰਾਂਗੇ। ਵਿਕਰਮ, ਜੋ ਕੁਝ ਅੱਜ ਵਾਪਰਿਆ, ਜੋ ਘਟਨਾਕ੍ਰਮ, ਜਿਸ ਤਰੀਕੇ ਇੱਕ ਤੋਂ ਬਾਅਦ ਇੱਕ ਕੜੀ ਦਰ ਕੜੀ ਚੀਜ਼ਾਂ ਹੋਈਆਂ, ਅਫਸਰ ਅਖੀਰ ਤੇ ਹੜਤਾਲ ਖਤਮ ਕਰ ਦਿੰਦੇ ਨੇ, ਇਸ ਫੈਸਲੇ ਨੂੰ ਜੇ ਲੰਬੇ ਦੌਰ ਦੇ ਵਿੱਚ ਦੇਖਿਆ ਜਾਵੇ, ਪਹਿਲਾਂ ਵੀ ਚੀਜ਼ਾਂ ਹੋਈਆਂ, ਪਹਿਲਾਂ ਵੀ ਤਲਖੀ ਤਕਰਾਰ ਸਰਕਾਰ ਤੇ ਅਫਸਰਾਂ ਦੇ ਵਿੱਚ ਦੇਖਣ ਨੂੰ ਮਿਲਿਆ, ਅੱਗੇ ਇਸ ਫੈਸਲੇ ਦਾ ਕੀ ਪ੍ਰਭਾਵ ਹੋਏਗਾ? ਕਿਉਂ ਇੰਨਾ ਮਹੱਤਵਪੂਰਨ ਹੈ ਇਹ ਫੈਸਲਾ? ਦੇਖੋ, ਅਗਲਾ ਪ੍ਰਭਾਵ ਵੀ ਇਹ ਜਿਹੜਾ ਜਾਏਗਾ, ਸਿੱਧੇ ਤੌਰ ਤੇ ਇੱਕ ਮੈਸੇਜ ਚਲਾ ਗਿਆ ਬਿਊਰੋਕ੍ਰੇਸੀ ਦੇ ਵਿੱਚ ਵੀ ਜੇ ਕਰਪਸ਼ਨ ਕਰਨ ਵਾਲਿਆਂ ਦੇ ਨਾਲ ਖੜਾਂਗੇ ਤਾਂ ਐਕਸ਼ਨ ਸਿੱਧੇ ਤੌਰ ਤੇ ਹੋਏਗਾ। ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕਰੜੇ ਸਟੈਂਡ ਦੀ ਚਰਚਾ ਹੋ ਰਹੀ ਹੈ, ਤਾਰੀਫਾਂ ਹੋ ਰਹੀਆਂ ਨੇ ਇਸ ਚੀਜ਼ ਦੀਆਂ ਕਰਨ, ਕਿਉਂਕਿ ਸਿੱਧੇ ਤੌਰ ਤੇ ਜਿਹੜੇ ਅਫਸਰ ਕਰਪਟ ਸੀ ਵਿਜੀਲੈਂਸ ਨੇ ਉਹਨਾਂ ਨੂੰ ਚੁੱਕਿਆ, ਜਿਹੜੇ ਅਫਸਰਾਂ ਨੇ ਪੈਸੇ ਲਏ ਜਾਂ ਜਿਹੜਿਆਂ ਦੀ ਮਿਲੀ ਭੁਗਤ ਸਾਹਮਣੇ ਆਈ ਉਹਨਾਂ ਦੇ ਉੱਪਰ ਐਕਸ਼ਨ ਦੀ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਤਕਲੀਫ ਹੋਈ ਕਿ ਭਾਈ ਅੱਜ ਸਾਡਾ ਨੰਬਰ ਲੱਗਿਆ, ਕੱਲ ਨੂੰ ਦੂਸਰੇ ਦਾ ਨੰਬਰ ਨਾ ਲੱਗ ਜੇ। ਇਸ ਤਰ੍ਹਾਂ ਦੀ ਚਰਚਾ ਸੀ ਜਿਹੜੀ, ਔਰ ਉਸ ਤੋਂ ਬਾਅਦ ਫਿਰ ਹੜਤਾਲ ਤੇ ਚਲੇ ਜਾਂਦੇ, ਸਮੂਹਿਕ ਹੜਤਾਲ ਹੋ ਜਾਂਦੀ ਹੈ। ਤਮਾਮ ਦਫ਼ਤਰ ਜਿਹੜੇ ਉਹਨਾਂ ਦੇ ਵਿੱਚ ਕੰਮਕਾਜ ਠੱਪ ਹੋ ਜਾਂਦਾ। ਜਿਹੜੇ ਪੰਜਾਬ ਦੇ ਆਮ ਲੋਕ ਆ, ਉਹ ਲੋਕ ਤਾਂ ਜਿਹੜੇ ਵਿਚਾਰੇ ਨਿੱਕੇ ਨਿੱਕੇ ਕੰਮ ਲੈ ਕੇ ਦਫ਼ਤਰਾਂ ਜਾਂਦੇ ਸੀ, ਉਹ ਖੱਜਲ ਖਵਾਰ ਹੋ ਰਹੇ ਸੀਗੇ। ਔਰ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਚਿੱਠੀ ਲਿਖੀ, ਸਿੱਧਾ ਉਹਨਾਂ ਨੇ ਇੱਕ ਲੈਟਰ ਲਿਖਿਆ। 3 ਲਾਸਟ ਵਾਲੇ ਜਿਹੜੇ ਪੁਆਇੰਟ ਸੀ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਵੀ ਤੁਹਾਡਾ ਇਹ ਹੜਤਾਲ ਗਲਤ ਹੈ, ਇਲੀਗਲ ਹੈ। ਉਸ ਤੋਂ ਬਾਅਦ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਤੁਹਾਨੂੰ 2 ਵਜੇ ਤੱਕ ਦਾ ਸਮਾਂ ਹੈ, ਜੇ 2 ਵਜੇ ਤੱਕ ਤੁਸੀਂ ਨਹੀਂ ਪਹੁੰਚਦੇ, ਡਿਊਟੀ ਜੁਆਇਨ ਕਰਦੇ, ਆਪਣੀ ਸੀਟ ਤੇ ਨਹੀਂ ਬੈਠਦੇ ਤਾਂ ਤੁਹਾਨੂੰ ਸਸਪੈਂਡ ਕੀਤਾ ਜਾਊਗਾ। ਇਹ ਬੜਾ ਕਰੜਾ ਸਟੈਂਡ ਸੀਗਾ, ਕਿਉਂਕਿ ਸਿੱਧੀ ਤਕਰਾਰ ਵੱਧ ਜਾਣੀ ਸੀ। ਜੇ PCS ਐਸੋਸੀਏਸ਼ਨ ਹੋਰ ਕਰੜਾ ਸਟੈਂਡ ਲੈ ਲੈਂਦੀ ਤਾਂ ਸ਼ਾਇਦ ਤਕਰਾਰ ਹੋਰ ਵੱਧ ਜਾਣੀ ਸੀ। ਜੇ ਇੱਧਰੋਂ ਸਸਪੈਂਡ ਕਰ ਦਿੱਤੇ ਜਾਂਦੇ ਤਾਂ ਫਿਰ ਸੂਬੇ ਦੇ ਵਿੱਚ ਹਾਲਾਤ ਖਰਾਬ ਵੀ ਹੋ ਸਕਦੇ ਸੀ, ਕਿਉਂਕਿ ਸਿੱਧੇ ਤੌਰ ਤੇ ਕੰਮਕਾਜ ਤਾਂ ਅਫਸਰਾਂ ਨੇ ਕਰਨਾ ਜੇ ਅਫਸਰ ਸਟ੍ਰਾਈਕ ਤੇ ਰਹਿੰਦੇ। ਪਰ ਇਹ ਚੀਜ਼ਾਂ ਸੀਗੀਆਂ ਕਿ ਉਹਨਾਂ ਦੀ ਜਿਹੜੀ ਸਾਫ਼ ਤੌਰ ਤੇ ਉਹਨਾਂ ਦੀ ਪ੍ਰਮੋਸ਼ਨ ਤੇ ਇਸ ਦਾ ਅਸਰ ਪੈਣਾ ਸੀ, ਉਹਨਾਂ ਦੇ ਪੈਨਸ਼ਨ ਤੇ ਇਸ ਦਾ ਅਸਰ ਪੈਣਾ ਸੀ, ਉਹਨਾਂ ਦੇ ਇਨਕਰੀਮੈਂਟਸ ਜਾਂ ਹੋਰ ਜਿਹੜੇ ਸਹੂਲਤਾਂ ਮਿਲਦੀਆਂ ਉਹਨਾਂ ਤੇ ਅਸਰ ਪੈਣਾ ਸੀ, ਕਿਉਂਕਿ ਸੀਨੀਅਰਟੀ ਜਿਹੜੀ ਉਹ ਕਹਿੰਦੇ ਉਹ 'ਚ ਇੱਕ ਬ੍ਰੇਕ ਲੱਗ ਜਾਣਾ ਸੀਗਾ, ਸਰਵਿਸ ਇਨ ਬ੍ਰੇਕ ਹੋ ਜਾਣਾ ਸੀਗਾ। ਤਾਂ ਉਸ ਤੋਂ ਬਾਅਦ ਇਹ ਡਿਸੀਜਨ ਜਿਹੜਾ ਸੀ ਭਗਵੰਤ ਮਾਨ ਨੇ ਤਾਂ ਕਹਿਤਾ 2 ਵਜੇ, ਉਸ ਤੋਂ ਬਾਅਦ ਫਿਰ ਲਗਾਤਾਰ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ। ਪੂਰਾ ਘਟਨਾਕ੍ਰਮ ਜਿਹੜਾ ਸੀ ਅਸੀਂ ਦੇਖ ਰਹੇ ਸੀ ਕਿ ਹੋ ਕੀ ਰਿਹਾ, ਸੈਕਟਰੀਏਟ ਦੇ ਅੰਦਰ ਕੀ ਹੋ ਰਿਹਾ, ਅਫਸਰ ਅੰਦਰ ਜਾ ਰਹੇ ਸੀ, ਬਾਹਰ ਆ ਰਹੇ ਸੀ। ਫਿਰ ਜੋ ਇਹ ਵੇਣੂ ਗੋਪਾਲ ਹੁਣਾਂ ਦੇ ਨਾਲ ਮੀਟਿੰਗ
ਸ਼ੁਰੂ ਹੁੰਦੀ ਆ ਉਸ 2 ਮੀਟਿੰਗਾਂ ਹੋਈਆਂ ਲਗਾਤਾਰ ਬੈਕ ਟੂ ਬੈਕ। ਉਹਨਾਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਤੋਂ ਪੁੱਛਿਆ ਗਿਆ, ਪਰ ਕਹਿੰਦੇ ਮੁੱਖ ਮੰਤਰੀ ਨੇ ਕਲੀਅਰ ਕਹਿਤਾ ਕਿ ਜਿਹੜਾ ਮੈਂ ਟਵੀਟ ਕੀਤਾ ਕਿ ਨਾ ਤਾਂ ਕਿਸੇ ਮੰਤਰੀ ਨੂੰ ਬਖਸ਼ਿਆ ਜਾਏਗਾ ਨਾ ਕਿਸੇ ਸੰਤਰੀ ਨੂੰ ਬਖਸ਼ਿਆ ਜਾਏਗਾ, ਭਾਵੇਂ ਕੋਈ ਮੇਰਾ ਨੇੜਲਾ ਜਾਂ ਦੂਰ ਦਾ ਕੋਈ ਵੀ ਰਿਸ਼ਤੇਦਾਰ ਹੈ ਸਗਾ ਸੰਬੰਧੀ ਉਹਨੂੰ ਵੀ ਨਹੀਂ ਬਖਸ਼ਿਆ ਜਾਏਗਾ। ਤਾਂ ਕਹਿੰਦੇ ਕਲੀਅਰ ਕੱਟ ਹੈ 2 ਵਜੇ ਤੋਂ ਬਾਅਦ ਜੇ ਕੋਈ 2 ਵਜੇ ਤੱਕ ਨਹੀਂ ਪਹੁੰਚਦਾ ਆਪਣੀ ਸੀਟ ਤੇ ਤਾਂ ਉਹ ਅਫਸਰ ਸਸਪੈਂਡ ਹੋਣਗੇ। ਤਾਂ ਇਸੇ ਸਟੈਂਡ ਨੂੰ ਦੇਖਿਆ ਜਾਵੇ ਤਾਂ ਉਸ ਤੋਂ ਬਾਅਦ ਪੀਸੀਐਸ ਐਸੋਸੀਏਸ਼ਨ ਜਾਂ ਕਹਿ ਲਓ ਜਾਂ ਪੀਸੀਐਸ ਅਫਸਰ ਜਿਹੜੇ ਸੀ ਉਹਨਾਂ ਦਾ ਵੀ ਫੈਸਲਾ ਦੇਖੋ ਕਿਹਾ ਜਾ ਸਕਦਾ ਬਹੁਤ ਵਧੀਆ ਡਿਸੀਜਨ ਉਹਨਾਂ ਨੇ ਲਿਆ ਕਿ ਉਹ ਵਾਪਸ ਕੰਮ ਤੇ ਚਲੇ ਗਏ। ਦੇਖੋ ਜਿੰਨੇ ਕਰਪਸ਼ਨ ਕੀਤੀ ਹੈ ਉਹਦੀ ਜਗ੍ਹਾ ਜੇਲ੍ਹ ਹੈ, ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ। ਜੇ ਕਿਸੇ ਨੇ ਜਿਸਨੇ ਵੀ ਕਰਪਸ਼ਨ ਕੀਤੀ ਹੈ ਸਿੱਧੇ ਤੌਰ ਤੇ, ਜੇ ਕਿਸੇ ਨੇ ਗਰੀਬਾਂ ਦਾ ਪੈਸਾ ਲਿਆ, ਜੇ ਕਿਸੇ ਨੇ ਵੱਢੀ ਲਈ ਹੈ, ਰਿਸ਼ਵਤ ਲਈ ਹੈ, ਤਾਂ ਉਹਦੀ ਜਗ੍ਹਾ ਕਿਸੇ ਸਰਕਾਰੀ ਅਦਾਰਿਆਂ 'ਚ ਦਫ਼ਤਰਾਂ ਦੇ ਵਿੱਚ ਨਹੀਂ, ਉਹਨੂੰ ਜੇਲ੍ਹ ਹੋਣਾ ਚਾਹੀਦਾ। ਤਾਂ ਉਸੇ ਤਰ੍ਹਾਂ ਵਿਜੀਲੈਂਸ ਕੰਮ ਕਰ ਰਹੀ ਹੈ, ਪਰ ਅੱਜ ਵਿਜੀਲੈਂਸ ਜਿਹੜੀ ਹੈ ਉਹਨੂੰ ਬੜਾ ਸਟਰੋਂਗ ਮੈਸੇਜ ਗਿਆ ਕਿ ਵਿਜੀਲੈਂਸ ਠੀਕ ਕਾਰਵਾਈਆਂ ਕਰੇਗੀ। 2 ਮੈਸੇਜ ਗਏ ਵਿਜੀਲੈਂਸ ਨੂੰ ਕਿ ਦੇਖੋ ਜੇ ਤਾਂ ਅਸੀਂ ਗਲਤ ਕੰਮ ਕਰਾਂਗੇ ਤਾਂ ਕੱਲ ਨੂੰ ਫੇਰ ਨਾ ਕੋਈ ਇਦਾਂ ਦਾ ਬਖੇੜਾ ਖੜਾ ਹੋ ਜੇ, ਕੱਲ ਨੂੰ ਇਦਾਂ ਦੀ ਕੋਈ ਜਾਂਚ ਖੁੱਲਦੀ ਹੈ, ਮੰਨ ਲਓ ਕਿ ਅਸੀਂ ਗਲਤ ਪਾਏ ਗਏ ਤਾਂ ਫਿਰ ਹੋਰ ਸਿਆਪਾ ਪੈ ਜਾਊਗਾ। ਕਿਉਂਕਿ ਸੀਐਮ ਨੇ ਭਰੋਸਾ ਵੀ ਦਿੱਤਾ ਹੈ ਕਿ ਕਿਸੇ ਅਫਸਰ ਨਾਲ ਅਨਿਆਂ ਨਹੀਂ ਨਾ ਹੋਵੇ। ਔਰ ਇਸ ਦੇ ਨਾਲ ਇੱਕ ਚੀਜ਼ ਉਹਨਾਂ ਨੇ ਜਿਹੜੀ ਸਿੱਧੇ ਤੌਰ ਤੇ ਇਹ ਫੈਸਲਾ ਸੀਗਾ, ਔਰ ਦੂਜੇ ਤੌਰ ਤੇ ਉਹਨਾਂ ਨੂੰ ਇੱਕ ਬੜਾ ਕੌਨਫੀਡੈਂਸ ਵੀ ਮਿਲ ਗਿਆ ਵੀ ਹੁਣ ਜੋ ਮਰਜ਼ੀ ਹੋਵੇ ਅਸੀਂ ਚੱਕ ਲਿਆਵਾਂਗੇ। ਇਸ ਤਰ੍ਹਾਂ ਦਾ ਸਟਰੋਂਗ ਮੈਸੇਜ ਗਿਆ। ਪਰ ਹੁਣ ਜਿਹੜੇ ਵੱਡੇ ਮਗਰਮੱਛ ਸੀ ਜਿਨ੍ਹਾਂ ਤੇ 5-5 ਸਾਲ ਪਿਛਲੇ 10-10 ਸਾਲ ਵਿਜੀਲੈਂਸ ਜਿਹੜੀ ਆ ਉਹ ਪਰਮਿਸ਼ਨਾਂ ਮੰਗਦੀ ਫਿਰ ਰਹੀ ਸੀ, 100-150 ਦੇ ਕਰੀਬ ਦੱਸਦੇ ਇਦਾਂ ਦੇ ਕੇਸ ਜਿਹੜੇ ਹੈਗੇ ਆ, ਇਦਾਂ ਦੀ ਚਰਚਾ ਚੱਲ ਰਹੀ, ਪਰ ਕਿੰਨੇ ਕੇਸ ਆ, ਸੈਂਕੜੇ ਦੇ ਕਰੀਬ ਕੇਸ ਹੈਗੇ ਆ, ਪਰਮਿਸ਼ਨ ਹੀ ਨਹੀਂ ਮਿਲ ਪਾ ਰਹੀ, ਵੱਡੇ ਵੱਡੇ ਮਗਰਮੱਛ ਆ। ਤਾਂ ਇਸੇ ਦੀ ਤਕਲੀਫ ਵੀ ਸੀ ਪੀਸੀਐਸ ਅਫਸਰਾਂ ਨੂੰ ਵੀ ਜੋ ਪੁਰਾਣੇ ਮਗਰਮੱਛ ਬੈਠੇ ਆ ਜਿਨ੍ਹਾਂ ਤੇ ਪੁਰਾਣੀਆਂ ਕਾਰਵਾਈਆਂ ਨਹੀਂ ਹੋਈਆਂ ਉਹਨਾਂ ਤੇ ਤਾਂ ਕਾਰਵਾਈ ਕਰੋ, ਤੁਸੀਂ ਨਵਿਆਂ ਨੂੰ ਵੀ ਚੱਕੀ ਜਾਂਦੇ ਹੋ। ਠੀਕ ਹੈ, ਨਵਾਂ ਪੁਰਾਣੇ ਦਾ ਕੋਈ ਉਹ ਨਹੀਂ ਹੈ। ਠੀਕ ਹੈ, ਜੇ ਨਵਾਂ ਕੋਈ ਕਰਦਾ ਆ ਰਿਹਾ ਤਾਂ ਇਹ ਨਹੀਂ ਕਿ ਤੁਸੀਂ ਪਹਿਲਾਂ ਪੁਰਾਣੇ ਨੂੰ ਫੜੋਗੇ ਫਿਰ ਨਵੇਂ ਨੂੰ ਫੜੋਗੇ। ਨੀਲਿਮਾ ਦਾ ਜ਼ਿਕਰ ਸੀ, ਆਈਐਸ ਨੀਲਿਮਾ ਦਾ, ਔਰ ਪੀਸੀਐਸ ਜੋ ਨੇ ਨਰਿੰਦਰ ਧਾਲੀਵਾਲ, ਦੋਨਾਂ ਨੂੰ ਤੇ ਐਕਸ਼ਨ ਤੋਂ ਬਾਅਦ ਇਹ ਪੂਰਾ ਘਟਨਾਕ੍ਰਮ ਖੜਾ ਹੁੰਦਾ। ਪਰ ਅੱਜ ਇਹ ਪੰਜਾਬ ਦੇ ਲੋਕ ਇਸ ਸਟੈਂਡ ਦੀ ਬਹੁਤ ਤਾਰੀਫ ਕਰ ਰਹੇ ਆ। ਜਿੱਥੇ ਕੋਈ ਗਲਤ ਕਰੇ ਉੱਥੇ ਗਲਤ ਵੀ ਕਹਿਣਾ ਚਾਹੀਦਾ, ਜੇ ਕੋਈ ਚੰਗਾ ਕੰਮ ਕਰੇ ਤਾਂ ਉਹਦੀ ਚੰਗੇ ਦੀ ਤਾਰੀਫ ਵੀ ਹੋਣੀ ਚਾਹੀਦੀ ਹੈ। ਵਿਕਰਮ, ਇਸ ਸਾਰੇ ਘਟਨਾਕ੍ਰਮ ਦਾ ਜੋ ਬੈਕਡ੍ਰੌਪ ਸੀ, ਕਿਵੇਂ ਕਿਵੇਂ ਚੀਜ਼ਾਂ ਜੁੜਦੀਆਂ ਗਈਆਂ ਤੇ ਫਿਰ ਅਖੀਰ ਤੇ ਇਸ ਹੜਤਾਲ ਤੱਕ ਗੱਲ ਪਹੁੰਚੀ। ਪਹਿਲਾਂ ਵੀ ਤਕਰਾਰ ਹੋਇਆ ਸੀ, ਸੀਐਮ ਨੇ ਅਫਸਰਾਂ ਦੀ ਬੈਠਕ ਸੱਦੀ ਸੀ, ਤਾੜਨਾ ਵੀ ਕੀਤੀ ਸੀ, ਕਿਹਾ ਸੀ ਤਾਲਮੇਲ ਬਣਾ ਕੇ ਚੱਲੋ। ਫਿਰ ਵਿਜੀਲੈਂਸ ਦੀ ਸਰਗਰਮੀ ਨਵੀਂ ਸਰਕਾਰ ਦੇ ਵਿੱਚ ਤੇਜ਼ ਹੋਈ, ਕਈ ਮੰਤਰੀ ਵਿਧਾਇਕ, ਇੱਕ ਨਹੀਂ ਕਈ ਵੱਖ-ਵੱਖ ਘਟਾਲਿਆਂ ਦੇ ਵਿੱਚ ਉਹਨਾਂ ਦੇ ਨਾਂ ਸਾਹਮਣੇ ਆਏ, ਉਹਨਾਂ ਦੇ ਨਾਲ ਜੁੜ ਕੇ ਕਈ ਅਫਸਰਾਂ ਦੇ ਨਾਂ ਸਾਹਮਣੇ ਆਏ, ਕਈ ਦੇਸ਼ ਤੋਂ ਭਗੌੜੇ ਹੋ ਗਏ, ਕਈ ਇੱਥੇ ਕਾਰਵਾਈ ਦੇ ਅਧੀਨ ਨੇ। ਤਾਂ ਉਸ ਤੋਂ ਬਾਅਦ ਜਦੋਂ ਫਿਰ ਇੱਕ ਤੋਂ ਬਾਅਦ ਇੱਕ ਜਦੋਂ ਇਹ 2 ਕਾਰਵਾਈਆਂ ਹੋਈਆਂ, ਇੱਕ ਆਈਐਸ ਅਫਸਰ ਉੱਤੇ ਇੱਕ ਪੀਸੀਐਸ ਉੱਤੇ, ਤਾਂ ਫਿਰ ਇਹ ਜਿਹੜੀ ਹੈ ਹੜਤਾਲ ਕੀਤੀ ਗਈ। ਹੁਣ ਫੈਸਲਾ ਆ ਗਿਆ, ਮਸਲਾ ਸੁਲਝ ਗਿਆ, ਪਰ ਕੀ ਇਸ ਤੋਂ ਬਾਅਦ ਮੁੜੇ ਤਕਰਾਰ ਪੈਦਾ ਹੋ ਸਕਦੀ ਹੈ? ਦੇਖੋ ਕਰਨ, ਤਕਰਾਰ ਦੀ ਗੱਲ ਵੀ ਕਰਦੇ ਆ, ਪਰ ਜਿਹੜਾ ਆਈਐਸ ਤੇ ਕਾਰਵਾਈ ਹੋਈ, ਆਈਐਸ ਤੇ ਦਾ ਨਾਂ ਆਉਂਦਾ ਪਲਾਟ ਨੂੰ ਲੈ ਕੇ ਕਰਪਸ਼ਨ ਜਿਹੜਾ ਕੀਤਾ ਗਿਆ ਸੀ, ਔਰ ਉਸ ਤੋਂ ਬਾਅਦ ਇੱਕ ਨਰਿੰਦਰ ਸਿੰਘ ਧਾਲੀਵਾਲ, ਔਰ ਇਸ ਦੇ ਨਾਲ ਹੀ ਹੋਰ ਵੀ ਕਈ ਅਫਸਰ ਸੀ ਜਿਨ੍ਹਾਂ ਦੀਆਂ ਜਾਂਚਾਂ ਖੁੱਲੀਆਂ। ਇਸ ਨੂੰ ਲੈ ਕੇ ਜ਼ਰੂਰ ਇਹਨਾਂ ਨੂੰ ਇਤਰਾਜ਼ ਹੋਇਆ ਵੀ ਤਾਂ ਆਈਏਐਸ ਆਈਪੀਐਸ ਆਈਏਐਸ ਔਰ ਪੀਸੀਐਸ ਅਫਸਰਾਂ ਨੂੰ ਸਿੱਧੀ ਹੋ ਗਈ ਹੈ ਸਰਕਾਰ। ਔਰ ਕਹਿੰਦੇ ਕਿ ਸਾਨੂੰ ਪਹਿਲਾਂ ਨੋਟਿਸ ਦੇਣਾ ਸੀ, ਸਾਨੂੰ ਦੱਸਣਾ ਸੀ ਗ੍ਰਿਫਤਾਰੀ ਤੋਂ ਪਹਿਲਾਂ ਜਾਂ ਪੁੱਛਤਾਛ ਤੋਂ ਪਹਿਲਾਂ ਸਾਨੂੰ ਦੱਸਣਾ ਸੀਗਾ। ਪਰ ਉੱਥੇ ਵਿਜੀਲੈਂਸ ਵਾਲਿਆਂ ਨੇ ਕਿਹਾ, ਵਿਜੀਲੈਂਸ ਦੇ ਜੋ ਅਧਿਕਾਰੀ ਸੀਗੇ ਉਹ ਪੂਰਾ ਆਪਣੇ ਫਾਈਲਾਂ ਲੈ ਕੇ ਪਹੁੰਚ ਕੇ ਕਹਿੰਦੇ ਆ ਕੱਲੀ ਕੱਲੀ ਚੀਜ਼ ਦਾ ਅਸੀਂ ਧਿਆਨ ਰੱਖਿਆ। ਚੀਫ ਸੈਕਟਰੀ ਨੂੰ ਬਕਾਇਦਾ ਤੌਰ ਤੇ ਉਹਨਾਂ ਨੇ ਜਾਣਕਾਰੀ ਦਿੱਤੀਆਂ, ਕਹਿੰਦੇ ਆਹ ਚੀਜ਼ਾਂ ਦਾ ਨਿਯਮ ਕਾਨੂੰਨ ਜਿਹੜੇ ਆ ਅਸੀਂ ਕੋਈ ਛਿੱਕੇ ਤੇ ਨਹੀਂ ਟੰਗੇ, ਅਸੀਂ ਤਾਂ ਪੂਰਾ ਪ੍ਰੋਪਰ ਤਰੀਕੇ ਨਾਲ ਗਾਈਡਲਾਈਨ ਜਿਹੜੀਆਂ ਫੋਲੋ ਕਰਕੇ ਅਸੀਂ ਐਕਸ਼ਨ ਲਿਆ। ਇਹਦੇ ਨਾਲ ਹੀ ਇੱਕ ਚੀਜ਼ ਮੈਂ ਹੋਰ ਦੱਸਦਾ, ਯੋਗੀ ਆਦਿੱਤਿਆਨਾਥ ਨੇ ਬੜਾ ਕਰੜਾ ਸਟੈਂਡ ਲਿਆ ਸੀ। ਯੋਗੀ ਆਦਿੱਤਿਆਨਾਥ ਜਿਨ੍ਹਾਂ ਦੀ ਬਲਡੋਜ਼ਰ ਬਾਬਾ ਦੇ ਨਾਂ ਤੇ ਚਰਚਾ ਹੁੰਦੀ ਹੈ, ਯੂਪੀ ਦੇ ਮੁੱਖ ਮੰਤਰੀ ਨੇ, ਔਰ ਯੋਗੀ ਆਦਿੱਤਿਆਨਾਥ ਨੇ ਵੀ ਇਸੇ ਤਰ੍ਹਾਂ ਹੜਤਾਲ ਤੇ ਗਏ ਅਫਸਰਾਂ ਨੂੰ ਸਸਪੈਂਡ ਕੀਤਾ ਸੀ। ਔਰ ਉਸ ਤੋਂ ਬਾਅਦ ਹੁਣ ਇਹ ਟਰੈਕ ਸੀ ਜਿਹੜਾ ਇਹ ਕਿਹਾ ਜਾ ਸਕਦਾ ਕਿ ਮੁੱਖ ਮੰਤਰੀ ਨੇ ਵੀ ਸ਼ਾਇਦ ਦੇਖਿਆ ਹੋਵੇ ਵੀ ਯੋਗੀ ਆਦਿੱਤਿਆਨਾਥ ਨੇ ਜੋ ਸਸਪੈਂਡ ਕਰ ਦਿੱਤਾ, ਉਸ ਤੋਂ ਬਾਅਦ ਉਹਨਾਂ ਦਾ ਸੂਬਾ ਵੀ ਤਾਂ ਚੱਲ ਹੀ ਜਾਂਦਾ ਨਾ, ਤਾਂ ਉਸ ਤੋਂ ਬਾਅਦ ਹੀ ਇਹਨਾਂ ਨੇ ਡਿਸੀਜਨ ਲਿਆ। ਪਰ ਇਹ ਬੜਾ ਸਟਰੋਂਗ ਡਿਸੀਜਨ ਸੀਗਾ, ਔਰ ਜੇ ਪੇਚ ਫਸ ਜਾਂਦਾ ਤਾਂ ਹੋ ਸਕਦਾ ਔਖਾ ਵੀ ਹੋ ਸਕਦਾ ਸੀਗਾ ਕੰਮ। ਪਰ ਇਸ ਸਟੈਂਡ ਤੇ ਬਰਕਰਾਰ ਰਹੇ ਮੁੱਖ ਮੰਤਰੀ ਭਗਵੰਤ ਮਾਨ, ਔਰ ਉਸ ਤੋਂ ਬਾਅਦ ਫਿਰ ਝੁਕਣਾ ਪਿਆ ਪੀਸੀਐਸ ਨੂੰ, ਔਰ ਇਸ ਚੀਜ਼ ਦੀ ਤਾਰੀਫ ਵੀ ਹੋ ਰਹੀ ਹੈ। ਪਰ ਹੁਣ ਸਾਰੇ ਕੰਮਕਾਜ ਤੇ ਵੀ ਆ ਗਏ, ਕਹਿੰਦੇ ਲੋਕਾਂ ਦੇ ਕੰਮਕਾਜ ਵੀ ਹੋਣ ਲੱਗ ਪਏ ਆ। ਪਰ ਇਹ ਸਾਰੀਆਂ ਚੀਜ਼ਾਂ ਜ਼ਰੂਰ ਪੀਸੀਐਸ ਐਸੋਸੀਏਸ਼ਨ ਨੇ ਵੀ ਹੁਣ ਕਿਹਾ, ਕਹਿੰਦੇ ਜੇ ਕੋਈ ਵਿਜੀਲੈਂਸ ਵਾਲਾ ਆਉਂਦਾ, ਜੇ ਕੋਈ ਕਰਪਟ ਪਾਇਆ ਜਾਂਦਾ ਤਾਂ ਉਹ ਤੇ ਕਾਰਵਾਈ ਕਰੋ। ਇਹ ਨਾ ਹੋਵੇ ਕਿ ਤੁਸੀਂ ਹਰੇਕ ਨੂੰ ਚੁੱਕੀ ਜਾਓ, ਤੁਹਾਨੂੰ ਕੋਈ ਸ਼ੱਕ ਕਿਸੇ ਤੇ ਪੈਦਾ ਹੋ ਗਿਆ ਤਾਂ ਤੁਸੀਂ ਚੱਕ ਲਓ। ਪਰ ਕਹਿੰਦੇ ਅਸੀਂ ਨਾਲ ਆ ਤੁਹਾਡੇ, ਇਹ ਉਸ ਤੋਂ ਬਾਅਦ ਭਰੋਸਾ ਦੇ ਕੇ ਗਏ ਆ। ਬਾਅਦ ਕਹਿੰਦੇ ਕਿ ਅਸੀਂ ਨਾਲ ਆ ਤੁਹਾਡੇ, ਔਰ ਜੇ ਕੋਈ ਕਰਪਸ਼ਨ ਕਰਦਾ ਤਾਂ ਉਸ ਨੂੰ ਬਖਸ਼ੋ ਵੀ ਨਾ। ਪਰ ਇਹ ਕਿਹਾ ਜਾ ਸਕਦਾ ਕਿ ਯੋਗੀ ਆਦਿੱਤਿਆਨਾਥ ਨੇ ਫਾਰਮੂਲਾ ਜਿਹੜਾ ਇਹ ਚਲਾਇਆ ਸੀ, ਉਸ ਤੋਂ ਬਾਅਦ ਸ਼ਾਇਦ ਭਗਵੰਤ ਮਾਨ ਹੋਣਾ ਨੇ ਅਡਾਪਟ ਕੀਤਾ ਹੋਵੇ। ਯੋਗੀ ਨੇ ਕਾਰਵਾਈ ਕਰਤੀ ਤਾਂ ਕੋਈ ਨਹੀਂ, ਫਿਰ ਅਸੀਂ ਵੀ ਕਰਕੇ ਦੇਖ ਲੈਂਦੇ। ਇੱਕ ਚਰਚਾ ਵਿਕਰਮ ਇਹ ਵੀ ਛਿੜਦੀ ਹੈ, ਖਾਸ ਤੌਰ ਤੇ ਅੱਜ ਜੋ
ਸਕੱਤਰ ਵੱਲੋਂ ਚਿੱਠੀ ਵੀ ਲਿਖੀ ਜਾਂਦੀ ਹੈ, ਜੋ ਪ੍ਰਿੰਸੀਪਲ ਸਕੱਤਰ ਬਿਆਨ ਵੀ ਦਿੰਦੇ ਨੇ ਬਾਅਦ ਦੇ ਵਿੱਚ, ਫਿਰ ਚਿੱਠੀ ਵੀ ਜੋ ਪਹਿਲਾਂ ਆਰਡਰ ਆਏ ਸੀ ਕਿ ਤੁਸੀਂ ਹੜਤਾਲ ਖਤਮ ਕਰੋ, ਉਸ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਸੀ ਕਿ ਪੀਸੀਐਸ ਕੋਈ ਅਜਿਹਾ ਦਾਇਰਾ ਨਹੀਂ ਜੋ ਆਰਗੇਨਾਈਜੇਸ਼ਨ ਬਣਾਵੇ, ਜੋ ਆਪਣੇ ਧੜੇ ਬਣਾਵੇ ਤੇ ਫਿਰ ਹੜਤਾਲਾਂ ਕਰੇ। ਤੇ ਇੱਕ ਜੋ ਸੈਂਟਰ ਦਾ, ਜਿੱਥੇ ਤੱਕ ਆਈਏਐਸ ਦੀ ਗੱਲ ਆਉਂਦੀ ਹੈ, ਜੋ ਉਹਨਾਂ ਤੇ ਰੂਲ ਅਪਲਾਈ ਹੁੰਦਾ, ਜੋ ਸੈਂਟਰਲ ਸਿਵਲ ਸਰਵਿਸਿਜ਼ ਜੋ ਐਕਟ ਹੈ, ਜੋ ਰੂਲ ਹੈ 1964 ਦਾ, ਉਸ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਕਿ ਇਹਨਾਂ ਦੇ ਕੋਲੋਂ ਅੰਡਰਟੇਕਿੰਗ ਤੱਕ ਇੱਕ ਤਰੀਕੇ ਦੀ ਲਈ ਜਾਂਦੀ ਹੈ ਜੁਆਇਨਿੰਗ ਵੇਲੇ ਕਿ ਤੁਸੀਂ ਹੜਤਾਲ ਤੇ ਨਹੀਂ ਜਾਓਗੇ, ਤੁਸੀਂ ਸਾਡੀਆਂ ਐਡਮਿਨਿਸਟ੍ਰੇਟਿਵ ਫੋਰਸਿਸ ਹੋ, ਤੁਹਾਡੇ ਬਿਨਾ ਢਾਂਚਾ ਕਿਵੇਂ ਚੱਲੇਗਾ। ਤਾਂ ਕਿਤੇ ਨਾ ਕਿਤੇ ਇਹ ਵੀ ਚਰਚਾ ਛਿੜੀ ਕਿ ਇਹ ਅਫਸਰ ਤਾਂ ਹੜਤਾਲ ਤੇ ਜਾ ਹੀ ਨਹੀਂ ਸਕਦੇ ਸੀ, ਇਹ ਸ਼ਬਦਾਂ ਦੀ ਖੇਡ ਹੈ, ਸਮੂਹਿਕ ਛੁੱਟੀ ਕਹਿ ਦਿੱਤਾ, ਕੈਜੂਅਲ ਲੀਵ ਕਹਿ ਦਿੱਤਾ, ਅਸਲ ਦੇ ਵਿੱਚ ਇਹ ਸਟ੍ਰਾਈਕ ਵਰਡ ਯੂਜ਼ ਕਰਕੇ ਤਾਂ ਇਹ ਸੰਸਥਾਵਾਂ ਹੜਤਾਲ ਤੇ ਕੰਮ ਤੋਂ ਮੁਨਕਰ ਨਹੀਂ ਹੋ ਸਕਦੀਆਂ। ਦੇਖੋ, ਕੈਜੂਅਲ ਲੀਵ ਦੀ ਗੱਲ ਕਰਕੇ ਛੁੱਟੀ ਤੇ ਜਾਣਾ, ਔਰ ਦੂਜੀ ਗੱਲ ਇੱਕਾ ਦੁੱਕਾ ਚਲੇ ਗਏ, ਮੰਨ ਲਓ ਕਿਸੇ ਦੀ ਇੱਕ ਦੀ ਮਾਸੀ ਦੇ ਮੁੰਡੇ ਦਾ ਵਿਆਹ, ਇੱਕ ਦੇ ਕਿਸੇ ਦੇ ਭਰਾ ਦਾ ਵਿਆਹ, ਜਾਂ ਕਿਸੇ ਦੇ ਖੁਦ ਦਾ ਵਿਆਹ, ਤਾਂ ਜਾਂ ਕਿਸੇ ਦੇ ਬੇਟੀ ਦਾ ਵਿਆਹ, ਤਾਂ ਉਹ ਤਾਂ ਚਲੋ ਛੁੱਟੀ ਲੈ ਕੇ ਤੁਸੀਂ ਚਲੇ ਗਏ, ਬਿਮਾਰ ਹੋ ਗਏ ਚਲੇ ਗਏ। ਪਰ ਹੁਣ ਜੇ ਸਾਰੇ ਪੰਜਾਬ ਦੇ ਅਫਸਰ ਹੀ ਕੈਜੂਅਲ ਲੀਵ ਤੇ ਚਲੇ ਜਾਣਗੇ ਤਾਂ ਸੂਬਾ ਕਿੱਦਾਂ ਚੱਲੂਗਾ? ਕੰਮ ਭਗਵੰਤ ਮਾਨ ਨੇ ਤਾਂ ਆਰਡਰ ਕਰਨਾ, ਉਹਨਾਂ ਨੇ ਤਾਂ ਸਾਈਨ ਕਰਨੇ ਫਾਈਲਾਂ ਤੇ, ਉਹ ਐਗਜ਼ੀਕਿਊਟ ਤਾਂ ਥੱਲੇ ਵਾਲੇ ਅਫਸਰਾਂ ਨੇ ਕਰਨਾ ਹੈ ਨਾ। ਤਾਂ ਜਦੋਂ ਸਾਰੇ ਛੁੱਟੀ ਤੇ ਚਲੇ ਜਾਣਗੇ, ਸੂਬੇ ਦਾ ਹਾਲ ਕੀ ਹੋਊਗਾ? ਇਸ ਚੀਜ਼ ਨੂੰ ਲੈ ਕੇ ਚਿੰਤਾ ਜਤਾਈ ਗਈ। ਸਿੱਧਾ ਕਲੀਅਰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਜੇ ਤੁਸੀਂ ਬਾਂਹ ਮਰੋੜਨ ਦੀ ਕੋਸ਼ਿਸ਼ ਕਰੋਗੇ, ਬਲੈਕਮੇਲਿੰਗ ਸ਼ਬਦ ਵਰਤਿਆ ਭਗਵੰਤ ਮਾਨ ਹੋਣਾ ਨੇ, ਉਹ ਕਹਿੰਦੇ ਜੇ ਇਸ ਤਰ੍ਹਾਂ ਦੀ ਗੱਲ ਕਰੋਗੇ ਤਾਂ ਫਿਰ ਬਰਦਾਸ਼ਤ ਨਹੀਂ ਹੈ ਸਾਨੂੰ। ਇਸ ਚੀਜ਼ ਨੂੰ ਲੈ ਕੇ ਸ਼ਾਇਦ ਪਾਰਾ ਚੜਿਆ, ਔਰ ਉਸ ਤੋਂ ਬਾਅਦ ਫਿਰ ਬੜਾ ਸਟਰੋਂਗ ਮੈਸੇਜ ਲਿਖ ਕੇ ਉਹਨਾਂ ਨੇ ਚਿੱਠੀ ਟਾਈਪ ਕੀਤੀ, ਸਾਈਨ ਮਾਰੇ ਹਰੇ ਪੈਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਉਹਨੂੰ ਟਵੀਟ ਕਰ ਦਿੱਤਾ ਤੇ ਨਾਲ ਹੀ ਸਿੱਧਾ ਲਿਖ ਵੀ ਦਿੱਤਾ ਕਿ ਕੋਈ ਨਹੀਂ ਬਖਸ਼ਿਆ ਜਾਊਗਾ। ਔਰ ਭਾਵੇਂ ਮੰਤਰੀ ਹੋਵੇ ਚਾਹੇ ਸੰਤਰੀ ਹੋਵੇ, ਹੋਰ ਕਿਸੇ ਅਫਸਰਸ਼ਾਹੀ ਚੋਂ ਕਿਸੇ ਉਹਦਾ ਜ਼ਿਕਰ ਨਹੀਂ ਕੀਤਾ ਡੈਜ਼ਿਗਨੇਸ਼ਨ ਦਾ, ਪਰ ਮੰਤਰੀਆਂ ਸੰਤਰੀਆਂ ਦਾ ਜ਼ਰੂਰ ਜ਼ਿਕਰ ਕੀਤਾ ਉਹਨਾਂ ਨੇ। ਪਰ ਇਸੇ ਚੀਜ਼ ਨੂੰ ਦੇਖਦਿਆਂ ਹੋਇਆਂ ਹੀ ਬੜਾ ਕਲੀਅਰ ਜਿਹਾ ਮੈਸੇਜ ਉਹਨਾਂ ਨੇ ਦਿੱਤਾ। ਤਾਂ ਇਸ ਨੂੰ ਦੇਖਦੇ ਹੁਣ ਜਨਤਾ ਦੇ ਵਿੱਚ ਕੀ ਅਸਰ ਜਾਂਦਾ ਹੈ ਇਸ ਚੀਜ਼ ਦੇ ਨਾਲ, ਕਿਉਂਕਿ ਲੋਕ ਤਾਂ ਕੰਮ ਕਰਾਉਣ ਵਾਲੇ ਖੱਜਲ ਹੋ ਰਹੇ ਸੀ। ਉਹਨਾਂ ਨੇ ਡੀਸੀ ਕੋਲੇ ਜਾਣਾ, ਉਹਨਾਂ ਨੇ ਤਹਿਸੀਲਦਾਰ ਕੋਲੇ ਜਾਣਾ, ਉਹਨਾਂ ਨੇ ਸਿੱਧਾ ਭਗਵੰਤ ਮਾਨ ਕੋਲੇ ਅਪਰੋਚ ਨਹੀਂ ਕਰਨਾ ਉਹਨਾਂ ਨੇ ਜਾ ਕੇ, ਨਾ ਹੀ ਭਗਵੰਤ ਮਾਨ ਹੁਣ ਉਹਨਾਂ ਦਾ ਜਿਹੜਾ ਇੱਕ ਪ੍ਰੋਸੈਸ ਬਣਿਆ ਹੋਇਆ, ਪਰ ਉਹ ਲੋਕਾਂ ਦੀ ਖੱਜਲ ਖੁਆਰੀ ਸੀ। ਇਸ ਚੀਜ਼ ਦਾ ਜ਼ਰੂਰ ਖਿਆਲ ਵੀ ਰੱਖਣਾ ਚਾਹੀਦਾ ਸੀ। ਤੇ ਨਾਲ ਹੀ ਜੇ ਕੋਈ ਕਰਪਟ ਹੈਗਾ, ਜੇ ਕੋਈ ਨਹੀਂ ਹੈ, ਤਾਂ ਫਿਰ ਕਹਿੰਦੇ ਉਸ ਤੇ ਨਾ ਕਾਰਵਾਈ ਕੀਤੀ ਜਾਵੇ, ਭਾਈ ਉਹਨੂੰ ਬਿਨਾਂ ਕਿਸੇ ਨੂੰ ਤੰਗ ਨਾ ਕੀਤਾ ਜਾਵੇ ਬਿਨਾਂ ਵਜ੍ਹਾ ਤੋਂ, ਔਰ ਜੇ ਕੋਈ ਹੈਗਾ ਤਾਂ ਉਸ ਦੇ ਖਿਲਾਫ ਐਕਸ਼ਨ ਹੋਵੇ। ਪਰ ਜਿਹੜੀ ਤੁਸੀਂ ਹੜਤਾਲ ਦੀ ਗੱਲ ਕੀਤੀ ਹੈ ਕਿ ਹੜਤਾਲ ਨਹੀਂ ਕਰ ਸਕਦੇ, ਇਹਨਾਂ ਨੇ ਤਾਂ ਕੋਈ ਲਾਅ ਬਣਿਆ, ਇਸ ਚੀਜ਼ ਨੂੰ ਐਗਜ਼ੀਕਿਊਟ ਇਹਨਾਂ ਨੇ ਕਰਾਉਣਾ। ਜਦੋਂ ਕੋਈ ਹੜਤਾਲ ਕਰਕੇ ਕਿਸਾਨ ਬੈਠੇ ਹੁੰਦੇ ਆ, ਉਦੋਂ ਡੀਸੀ ਸਾਹਿਬ ਜਾਂਦੇ ਆ, ਐਸਡੀਐਮ ਸਾਹਿਬ ਜਾਂਦੇ, ਕਹਿੰਦੇ ਕਿ ਜੀ ਆਓ ਤੁਹਾਡੀ ਗੱਲ ਕਰਾਉਣੇ ਆ, ਸਰਕਾਰ ਨਾਲ ਗੱਲ ਕਰਾਉਣੇ ਆ, ਕਿਸੇ ਖੇਤੀਬਾੜੀ ਮੰਤਰੀ ਨਾਲ ਕਰਾਉਣੀ ਜਾਂ ਕਿਸੇ ਹੋਰ ਮੰਤਰੀ ਨਾਲ ਗੱਲ ਕਰਾਉਣੀ, ਉਦੋਂ ਇਹ ਕਰਾਉਂਦੇ। ਪਰ ਹੁਣ ਇਹਨਾਂ ਦੀ ਮਧਿਅਸਥਤਾ ਇਹਨਾਂ ਦੇ ਆਪਸ ਦੇ ਅਫਸਰ ਹੀ ਕਰ ਰਹੇ ਸੀ, ਇਹਨਾਂ ਦੀ ਸੀਨੀਅਰ ਪੋਜੀਸ਼ਨ ਵਾਲੇ ਅਫਸਰ ਜਿਹੜੇ ਐਸੋਸੀਏਸ਼ਨ ਦੇ ਨੇ, ਉਹ ਗੱਲਬਾਤ ਕਰ ਰਹੇ ਸੀ। ਪਰ ਇਹ ਚਿੰਤਾ ਦਾ ਵਿਸ਼ਾ ਵੀ ਸੀ ਕਿ ਜੇ ਕਰਪਸ਼ਨ ਦੇ ਅਗੇਂਸਟ ਸਰਕਾਰ ਕੰਮ ਕਰ ਰਹੀ ਹੈ ਤਾਂ ਫਿਰ ਹੜਤਾਲ ਜਿਹੜੀ ਵਾਜਬ ਨਹੀਂ ਲੱਗ ਰਹੀ ਸੀ। ਵਿਕਰਮ, ਆਖਰੀ ਸਵਾਲ ਹੈ ਕਿ ਸਪਸ਼ਟ ਬੋਲਾਂ ਦੇ ਵਿੱਚ ਲਿਆ ਗਿਆ ਸਟੈਂਡ, ਸਪਸ਼ਟ ਫੈਸਲਾ, ਸਖਤ ਸੁਨੇਹਾ, ਇਸ ਤੋਂ ਬਾਅਦ ਕੀ ਲੱਗਦਾ ਹੈ ਵਿਜੀਲੈਂਸ ਦਾ ਕ੍ਰੈਕਡਾਊਨ ਉਸੇ ਤਰੀਕੇ ਪੰਜਾਬ ਦੇ ਵਿੱਚ ਉਹ ਸਰਗਰਮੀ ਜਾਰੀ ਰਹੇਗੀ ਜਾਂ ਕਾਰਜਸ਼ੈਲੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਬਦਲਾਅ ਆ ਸਕਦਾ ਹੈ ਇਸ ਸੁਨੇਹੇ ਤੋਂ ਬਾਅਦ? ਕੀ ਸੰਕੇਤ ਨਜ਼ਰ ਆਉਂਦੇ? ਦੇਖੋ, ਦੋ ਚੀਜ਼ਾਂ ਹੋਈਆਂ। ਵਿਜੀਲੈਂਸ ਦਾ ਮੋਰਾਲ ਤਾਂ ਅਪ ਹੋਇਆ, ਜੋਸ਼ ਹਾਈ ਹੋਇਆ ਵੀ ਮੁੱਖ ਮੰਤਰੀ, ਸੂਬੇ ਦਾ ਮੁੱਖ ਮੰਤਰੀ ਸਰਵੇ ਸਰਬਾ ਹੁੰਦਾ ਜਦੋਂ ਉਹ ਸਟੈਂਡ ਲੈ ਕੇ ਬੈਠਾ ਤੁਹਾਡੇ ਨਾਲ। ਔਰ ਦੂਜੀ ਗੱਲ, ਇੱਕ ਇਹ ਵੀ ਮੈਸੇਜ ਹੋ ਗਿਆ ਕਿ ਜੇ ਕਿਸੇ ਨੂੰ ਗਲਤ ਫਸਾਉਣ ਦੀ ਕੋਸ਼ਿਸ਼ ਕਰਾਂਗੇ, ਹਾਲਾਂਕਿ ਉਹ ਕਹਿੰਦੇ ਕਿ ਇਸ ਤੇ ਪੂਰਾ ਫੈਕਚੁਅਲੀ ਚੱਲਦੇ ਆ, ਤਾਂ ਨਾਲ ਹੀ ਇਹ ਚੀਜ਼ ਹੈ ਕਿ ਹੁਣ ਥੋੜਾ ਜਿਹਾ ਪੈਰ ਹੋਰ ਮਜ਼ਬੂਤ ਕਰਕੇ ਚੱਲਣਾ ਹੋ। ਹਾਲਾਂਕਿ ਵਿਜੀਲੈਂਸ ਜਦੋਂ ਕੋਈ ਐਕਸ਼ਨ ਕਰਦੀ ਹੈ ਤਾਂ ਕਹਿੰਦੇ ਪ੍ਰੋਪਰ ਬਕਾਇਦਾ ਤੌਰ ਤੇ ਰਿਕਾਰਡਿੰਗਸ ਔਰ ਕੱਲੀ ਚੀਜ਼ ਹੁੰਦੀ ਹੈ। ਇਹ ਨਾ ਹੋਵੇ ਕਿ ਟਰੈਪ ਲਾਈਏ ਔਰ ਬੰਦੇ ਨੂੰ ਭਣਕ ਲੱਗ ਜੇ, ਫਰਾਰ ਹੋ ਜੇ ਬੰਦਾ। ਹੁਣ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਟਰੈਪ ਲਾਇਆ, ਉਹਦੇ ਨਾਲ ਬਕਾਇਦਾ ਪਹਿਲਾਂ ਗੱਲ ਹੋਈ, ਉਹਨੇ ਕਿਸੇ ਦੋਸਤ ਦੇ ਥਰੂ ਮਨਮੋਹਨ ਸ਼ਰਮਾ ਹੋਣਾ ਨਾਲ ਸੰਪਰਕ ਕੀਤਾ, ਜੋ AIG ਨੇ ਵਿਜੀਲੈਂਸ ਦੇ, ਉਹਨਾਂ ਨਾਲ ਸੰਪਰਕ ਕੀਤਾ। ਕਹਿੰਦੇ ਕਿ ਜੀ ਭਾਈ ਸਾਹਿਬ, ਆ ਜੋੜੇ ਹੱਥ ਤੁਹਾਡੇ ਅੱਗੇ ਔਰ ਤੁਸੀਂ ਸੈਟਲਮੈਂਟ ਕਰੋ, ਆ ਚੱਕੋ 50 ਲੱਖ ਰੁਪਏ, ਜਿੰਨੇ ਵੀ ਪੈਸੇ ਉਹਨਾਂ ਨੇ ਦੇਣੇ ਸੀ। ਉਹ ਕਹਿੰਦੇ ਉਹਨਾਂ ਨੇ ਸੀਨੀਅਰ ਅਫਸਰ ਨਾਲ ਗੱਲ ਕੀਤੀ, ਕਹਿੰਦੇ ਜੀ ਇਸ ਤਰ੍ਹਾਂ ਫੋਨ ਆਇਆ ਮੈਨੂੰ, ਔਰ ਕਹਿੰਦੇ ਉਹ ਤਾਂ ਮੇਰੇ ਘਰੇ ਆ ਰਹੇ ਨੇ, ਕਹਿੰਦੇ ਬੁਲਾਓ। ਫਿਰ ਉਹਨਾਂ ਨੂੰ ਬੁਲਾਇਆ ਜਾਂਦਾ, ਮਿਲ ਕੇ ਵੀ ਜਾਂਦੇ ਆ, ਫਿਰ ਅਗਲੀ ਵਾਰ ਪੈਸੇ ਲੈ ਕੇ ਆਉਂਦੇ ਆ ਜਦੋਂ, ਉਦੋਂ ਚੁੱਕ ਲੈ ਜਾਂਦੇ ਆ, ਉਦੋਂ ਟਰੈਪ ਲਾ ਕੇ ਉਹਨਾਂ ਨੂੰ ਫੜ ਲਿਆ ਜਾਂਦਾ। ਯਾਨੀ ਕਿ ਪੂਰਾ ਗੁਪਤ ਤਰੀਕੇ ਦੇ ਨਾਲ, ਪੂਰਾ ਪੱਕੇ ਪੈਰੀਂ ਕੰਮ ਕਰਦੀ ਹੈ ਵਿਜੀਲੈਂਸ। ਪਰ ਵਿਜੀਲੈਂਸ ਨੂੰ ਜ਼ਰੂਰ ਸ਼ਹਿ ਮਿਲੀ ਕਹੀ ਜਾ ਸਕਦੀ ਹੈ, ਜਾਂ ਵਿਜੀਲੈਂਸ ਜ਼ਰੂਰ ਇਸ ਚੀਜ਼ ਦੇ ਨਾਲ ਮਜ਼ਬੂਤ ਹੋਈ ਹੈ ਕਰਨ। ਤਾਂ ਅੱਜ ਦੀ ਸਾਡੀ ਚਰਚਾ ਦੇ ਵਿੱਚ ਇੰਨਾ ਹੀ। ਅਜਿਹੀਆਂ ਹੋਰ ਚਰਚਾਵਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਜੁੜੇ ਰਹੋ ਪ੍ਰੋ ਪੰਜਾਬ TV ਦੇ ਨਾਲ। ਧੰਨਵਾਦ।